कदे ना लगे दुख दुख खुश खुश लेता बस मलाई के असर के भाई मुदाई खुश खुश लेता बस मलाई के असर के दुनिया लपया खाते मेरे अगली गलनानिया जब जब मरे मरे फिर जन्मे बहुत सदा प्यारे शिकवे जिनकी दर्द से न जानी अंधा तांग सह बरानिया तांग सह मौला खेल कर सब मौला खेल कर सब एक लहर मेरा एक कटे
संता संगत नरक ना पाऊं। अमृत दान नानक को गुण गीता नित बखानिया। संग चलत है हम भी चलना, कितना फर्क है। सतगुਰਾਂ ਦੀ ਬਾਣੀ ਕਹਿੰਦੀ ਹੈ ਕਿ ਜਗਤ ਇੱਕ ਖੇਡ ਤਮਾਸ਼ਾ ਹੈ। ਸਾਨੂੰ ਇਹ ਸੰਸਾਰ ਇੰਨਾ ਪਿਆਰਾ ਲੱਗਦਾ ਹੈ ਵੀ ਇਸ ਸੰਸਾਰ ਦੇ ਵਿੱਚੋਂ ਜਾਣ ਨੂੰ ਦਿਲ ਕਰਦਾ ਹੀ ਨਹੀਂ। ਜੇ ਉਮਰ 100 ਸਾਲ ਹੈ ਤੇ ਜੀਵ ਕਹਿੰਦਾ ਮੇਰੀ ਉਮਰ ਹੋਰ ਵੱਧ ਜਾਵੇ। ਜੇ 125 ਸਾਲ ਹੈ ਜੀਵ ਕਹਿੰਦਾ ਮੇਰੀ ਉਮਰ ਹੋਰ ਵੱਧ ਜਾਵੇ। ਮਹਾਰਾਜ ਦੀ ਬਾਣੀ ਕਹਿੰਦੀ ਰੱਜ ਨਾ ਕੋਈ ਜੀਵਿਆ, ਰੱਜ ਕੇ ਅੱਜ ਤੱਕ ਕੋਈ ਜੀਆ ਨਹੀਂ ਹੈ। ਚਾਹੇ ਉਮਰ ਕਿਸੇ ਨੇ 125 ਸਾਲ ਦੀ ਭੋਗ ਲਈ ਹੋਵੇ ਪਰ ਫਿਰ ਵੀ ਰੱਜ ਨਹੀਂ ਆਇਆ ਕਿਉਂਕਿ ਜੀਵਨ ਹੈ ਹੀ ਇੰਨਾ ਪਿਆਰਾ, ਦੁਨੀਆ ਹੈ ਹੀ ਇੰਨੀ ਪਿਆਰੀ ਹੈ। ਮਹਾਰਾਜ ਕਹਿੰਦੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਦਾ ਸੰਸਾਰੀਆਂ ਦੇ ਨਾਲ ਕਦੇ ਜੋੜ ਬਣਦਾ ਹੀ ਨਹੀਂ ਹੈ। ਕਿਉਂ? ਕਾਰਨ ਕੀ ਹੈ? ਕਾਰਨ ਇਹ ਹੈ ਕਿ ਰੀਤ ਬਿਲਕੁਲ ਉਲਟੀ ਚੱਲਦੀ ਹੈ। ਉਲਟੀ ਰੇ ਮਨ ਉਲਟੀ ਰੇ ਸਾਖਤ ਸਿਉ ਕਰ ਉਲਟੀ ਰੇ। ਮਹਾਰਾਜ ਕਹਿੰਦੇ ਨੇ ਜੇ ਜੀਵਨ ਸੰਸਾਰ ਵਿੱਚ ਜੀਣਾ ਹੈ ਨਾ ਤੇ ਫਿਰ ਆਪਣੇ ਅੰਦਰ ਨੂੰ ਮਾਰ ਕੇ ਫਿਰ ਜੀਵਨ ਜੀਆ ਜਾਂਦਾ। ਸੰਸਾਰ ਦੇ ਵਿੱਚ ਰਹਿੰਦੇ ਹੋਏ ਆ ਜਿਹੜੇ ਸਾਡੇ ਰਿਸ਼ਤੇ ਨਾਤੇ ਨੇ, ਆ ਜਿਹੜੀ ਸਾਡੀ ਦੁਨੀਆ ਹੈ, ਸਾਡੇ ਪਰਿਵਾਰ ਹੈ, ਸਾਡੇ ਬੱਚੇ ਨੇ, ਇਹਨਾਂ ਦੇ ਵਿੱਚ ਮਹਾਰਾਜ ਨੇ ਸਾਨੂੰ ਐਸਾ ਇੱਕ ਖੇਡੇ ਲਾ ਦਿੱਤਾ ਹੈ। ਧਿਆਨ ਨਾਲ ਸੁਣਿਓ। ਇੱਕ ਮਾਂ ਜਿਹਦੇ ਕੋਲ ਛੋਟਾ ਜਿਹਾ ਬੱਚਾ ਹੈ, ਉਹ ਘਰ ਦਾ ਕੰਮ ਵੀ ਕਰਨਾ ਚਾਹੁੰਦੀ ਹੈ ਤੇ ਬੱਚੇ ਨੂੰ ਵੀ ਪਾਲਦੀ ਹੈ, ਉਹਦੀ ਪਾਲਣਾ ਪੋਸ਼ਣਾ ਵੀ ਕਰਦੀ ਹੈ। ਸੰਸਾਰ ਦੇ ਨਾਲ ਪਰਮਾਤਮਾ ਦਾ ਰਿਸ਼ਤਾ ਕੀ ਹੈ? ਹੁਣ ਜਦੋਂ ਬੱਚਾ ਚੁੱਪ ਨਹੀਂ ਕਰਦਾ ਤਾਂ ਮਾਂ ਕੀ ਕਰਦੀ ਹੈ? ਇੱਕ ਪੰਘੂੜਾ ਲੈ ਕੇ ਨਾ ਉਹਦੇ ਵਿੱਚ ਬੱਚੇ ਨੂੰ ਪਾ ਕੇ ਤੇ ਉਹਦੇ ਉੱਤੇ ਕੁਝ ਖਿਡੌਣੇ ਟੰਗ ਦਿੰਦੀ ਹੈ। ਉਹ ਖੜਕਦੇ ਰਹਿੰਦੇ ਤੇ ਬੱਚਾ ਖੇਡੇ ਲੱਗ ਜਾਂਦਾ ਹੈ ਤੇ ਮਾਂ ਆਪਣੇ ਘਰ ਦੇ ਕੰਮ ਸਵਾਰ ਲੈਂਦੀ ਹੈ।
ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਦੁਨੀਆ ਦਾ ਮੇਲਾ ਹੈ ਨਾ, ਇਹ ਇੱਕ ਖੇਲ ਹੈ। ਔਰ ਇਸ ਖੇਲ ਦੇ ਵਿੱਚੋਂ ਕੋਈ ਸਮੇਂ ਸਿਰ ਕੋਈ ਪਹਿਲਾਂ ਤੁਰ ਜਾਂਦਾ ਹੈ, ਕੋਈ ਬਾਅਦ ਵਿੱਚ ਤੁਰਦਾ ਹੈ, ਜਦੋਂ ਸਮਾਂ ਆਉਂਦਾ ਉਦੋਂ ਚਲਿਆ ਜਾਂਦਾ। ਹੁਣ ਮੈਂ ਪਹਿਲਾਂ ਆਰੰਭ ਦੇ ਵਿੱਚ ਗੱਲ ਕੀਤੀ ਸੀ ਕਿ ਅਸਲ ਦੇ ਵਿੱਚ ਜੀਵਨ ਸਾਨੂੰ ਮਿਲਿਆ ਹੀ ਤਾਂ ਹੈ, ਪਹਿਲਾਂ ਅਸੀਂ ਮੌਤ ਸਾਰਿਆਂ ਨੇ ਕਬੂਲ ਕੀਤੀ ਹੈ। ਜੀਵਨ ਤਾਂ ਮਿਲਿਆ, ਪਹਿਲਾਂ ਮੌਤ ਕੀਤੀ ਹੈ ਕਬੂਲ, ਪਹਿਲਾਂ ਮਰਨ ਕਬੂਲ। ਗੁਰਬਾਣੀ ਦਾ ਫਰਮਾਨ ਹੈ ਜੀ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਹੁਣ ਮੇਰੇ ਤੇ ਯਕੀਨ ਕਰੋ ਜਾਂ ਨਾ ਕਰੋ ਇਹ ਵੱਖਰੀ ਗੱਲ ਹੈ, ਪਰ ਬਾਬੇ ਦੀ ਬਾਣੀ ਤੇ ਯਕੀਨ ਤਾਂ ਸਾਨੂੰ ਕਰਨਾ ਹੀ ਪੈਣਾ ਹੈ ਨਾ, ਕਿਉਂਕਿ ਬਾਣੀ ਤਾਂ ਸਾਡੇ ਜੀਵਨ ਦਾ ਆਧਾਰ ਹੈ। ਬਾਣੀ ਤੋਂ ਬਿਨਾਂ ਸਾਡਾ ਜੀਵਨ ਹੀ ਨਹੀਂ ਹੈ। ਬਾਣੀ ਹੀ ਸਾਨੂੰ ਜੀਵਨ ਦੀ ਜਾਂਚ ਦੱਸਦੀ ਹੈ। ਬਾਬਾ ਜੀ ਨੇ ਫਿਰ ਸਮਝਾਉਣਾ ਕੀਤਾ ਹੈ, ਕਹਿੰਦੇ ਸੰਸਾਰ ਦੇ ਵਿੱਚ ਰਹਿ ਕੇ ਐਵੇਂ ਜੀ, ਇਹ ਜਿਹੜੇ ਸੁੱਖ ਨੇ ਨਾ ਮਾਇਆ ਦੇ, ਹੁਣ ਮਾਇਆ ਇੱਥੇ ਅਸੀਂ ਕਹਿ ਦਿੰਦੇ ਆ, ਅੱਜ ਦਾ ਧਨ ਮੋਰੇ ਪਿਆ ਦੌੜ ਚ ਪਈ ਹੈ, ਇਹਨੂੰ ਮਾਇਆ ਕਹਿ ਦਿੰਦੇ ਆ। ਮਾਇਆ ਦੇ ਅਨੇਕ ਰੰਗ ਨੇ, ਧੀਆਂ ਪੁੱਤਰ ਵੀ ਇੱਕ ਮਾਇਆ ਹੈ। ਤੁਸੀਂ ਕਹੋਗੇ ਮਾਇਆ ਕਿਵੇਂ? ਮਾਤ ਪਿਤਾ ਭਾਈ ਸੁਖ ਬਨਤਾ ਹਿਤ ਲਾਗੂ ਸਭ ਠਨਕਾ। ਹੁਣ ਬਾਬੇ ਕਬੀਰ ਦੀ ਇੱਕ ਗੱਲ ਆਪਾਂ ਮੰਨ ਲਈਏ, ਸੁਣ ਲਈਏ। ਬਾਬਾ ਜੀ ਕਹਿੰਦੇ ਨੇ, ਕਹਿੰਦੇ ਕਬੀਰਾ ਧੂਰ ਸ਼ਕੇਲ ਕੈ ਪੁਰੀਆਂ ਬਾਂਧੀ ਦੇ। ਬੜੀ ਦੂਰ ਦੀ ਗੱਲ ਕਹੀ ਬਾਬਾ ਜੀ ਨੇ, ਬਾਬਾ ਕਬੀਰ ਜੀ ਨੇ। ਉਹ ਕਹਿੰਦੇ ਅਸਲ ਦੇ ਵਿੱਚ ਜਿਵੇਂ ਵੈਦ ਹੈ ਨਾ, ਵੈਦ ਅੱਜ ਕੱਲ੍ਹ ਤੇ ਸਮਾਂ ਬਦਲ ਗਿਆ, ਸਾਇੰਸ ਨੇ ਬੜੀ ਤਰੱਕੀ ਕੀਤੀ, ਕਰਨੀ ਵੀ ਚਾਹੀਦੀ ਹੈ। ਬਾਬਾ ਜੀ ਕਹਿੰਦੇ ਜਿਵੇਂ ਅੱਗੇ ਪੁਰਾਣੇ ਸਮਿਆਂ ਵਿੱਚ ਵੈਦ ਕੋਲ ਜਾਈਦਾ ਸੀ ਤੇ ਵੈਦ ਕੀ ਕਰਦੇ ਸੀ, ਨਬਜ਼ ਪਕੜਦੇ ਸੀ ਤੇ ਨਬਜ਼ ਪਕੜ ਕੇ ਰੋਗ ਦੱਸ ਦਿੰਦੇ ਸੀ ਵੀ ਕੀ ਰੋਗ ਹੈ। ਗੁਰਬਾਣੀ ਵਿੱਚ ਵੀ ਇਹਦੇ ਬੜੇ ਹਵਾਲੇ ਮਿਲਦੇ ਨੇ। ਵੈਦਾ ਵੈਦ ਸੋ ਵੈਦ ਤੋਂ ਪਹਿਲਾਂ ਰੋਗ ਪਛਾਣ, ਅਨੇਕਾਂ ਪ੍ਰਕਾਰ ਦੇ ਐਸੇ ਪ੍ਰਮਾਣ ਸਾਨੂੰ ਮਿਲਦੇ ਨੇ। ਤੇ ਫਿਰ ਵੈਦ ਜੀ ਨਬਜ਼ ਪਕੜਦੇ ਸੀ, ਨਬਜ਼ ਫੜ ਕੇ ਰੋਗ ਦੱਸ ਦਿੰਦੇ ਸੀ ਤੇ ਫਿਰ ਉਹਦੀ ਦਵਾਈ ਦਿੰਦੇ ਸੀ। ਦਵਾਈ ਕਿਵੇਂ ਦਿੰਦੇ ਸੀ? ਉਹ ਕਾਗਜ਼ ਦੀਆਂ ਕੁੜੀਆਂ ਬਣਾਉਂਦੇ ਤੇ ਕੁੜੀਆਂ ਨੂੰ ਬੰਨ੍ਹ ਕੇ ਉਹ ਸਾਨੂੰ ਦੇ ਦਿੰਦੇ। ਹੁਣ ਬਾਬਾ ਜੀ ਨੇ ਉਹ ਕੁੜੀ ਦੀ ਗੱਲ ਕੀਤੀ, ਕਹਿੰਦੇ ਅਸਲ ਦੇ ਵਿੱਚ ਸਾਡਾ ਜੀਵਨ ਹੈ ਕੀ ਹੈ? ਆ ਜਿਹੜਾ ਸਾਡਾ ਜੀਵਨ ਹੈ ਕੀ, ਸਰੀਰ ਹੈ ਕੀ? ਗੌਰ ਨਾਲ ਦੇਖਿਓ, ਬੜੇ ਸੂਝਵਾਨ ਬੈਠੇ ਨੇ, ਮੇਰੀਆਂ ਭੈਣਾਂ ਬੈਠੀਆਂ। ਸਾਡੇ ਸਰੀਰ ਦੇ ਵਿੱਚ ਜੋੜ ਲੱਗਾ ਹੋਇਆ, ਜਿੱਥੋਂ ਕੋਈ ਵੀ ਚੀਜ਼ ਜਦੋਂ ਬਣਦੀ ਹੈ ਨਾ ਉਹਦੇ ਵਿੱਚ ਜੋੜ ਲੱਗਦਾ ਹੈ। ਹੁਣ ਬਾਬਾ ਜੀ ਕਹਿੰਦੇ ਕਬੀਰਾ ਧੂਰ ਸਕੇਲ ਕੈ ਪੁਰੀਆਂ ਬਾਂਧੀ ਦੇ। ਪੁੜੀਆਂ ਬੰਨ ਦਿੱਤੀਆਂ। ਇਹਨਾਂ ਪੁੜੀਆਂ ਦੇ ਵਿੱਚ ਮਹਾਰਾਜ ਨੇ ਪਤਾ ਨਹੀਂ ਕੀ ਕੀ ਭਰ ਦਿੱਤਾ, ਇਹਦੇ ਵਿੱਚ ਖੂਨ ਭਰ ਦਿੱਤਾ, ਇਹਦੇ ਵਿੱਚ ਨਾੜੀਆਂ, ਹੱਡ, ਮਾਸ, ਚੰਮ, ਸਾਰੀ ਚੀਜ਼ ਦੀ ਪੁੜੀ ਬਣਾ ਕੇ ਨਾ ਇਹਨੂੰ ਇੱਕ ਜੋੜ ਲਗਾ ਦਿੱਤਾ ਤੇ ਪੁੜੀ ਬੰਨ ਦਿੱਤੀ। ਹੁਣ ਜਿਹੜੀ ਬਾਬੇ ਨੇ ਅਖੀਰ ਦੀ ਗੱਲ ਕਹੀ ਹੈ, ਸੁਣਨ ਵਾਲੀ ਹੈ ਜੀ। ਕਬੀਰਾ ਧੂਰ ਸਕੇਲ ਕੈ ਪੁਰੀਆਂ ਬਾਂਧੀ ਦੇਹ। ਉਹ ਕਹਿੰਦੇ ਦਿਵਸ ਚਾਰ ਨੂੰ ਵੇਖਣਾ, 4 ਦਿਨਾਂ ਨੂੰ ਦੇਖ ਲਿਓ। 4 ਦਿਨਾਂ ਤੋਂ ਭਾਵ ਜਦੋਂ ਉਮਰ ਬੀਤ ਜਾਂਦੀ ਹੈ। 4 ਦਿਨ ਦਾ ਭਾਵ ਇਹ ਨਹੀਂ, ਇੱਕ ਸਮਝਾਉਂਦਾ ਕੀਤਾ ਬਾਬੇ ਨੇ। ਦਿਵਸ ਚਾਰ ਕੋ ਵੇਖਣਾ ਅੰਤ ਖੇੜੇ ਕੀ ਖੇ। ਕਹਿੰਦੇ 4 ਦਿਨਾਂ ਨੂੰ ਦੇਖ ਲਿਓ। ਇਹ ਜਿਹੜੀ ਕੁੜੀ ਬੰਨੀ ਹੈ ਨਾ, ਇਹ ਉੱਥੇ ਸ਼ਮਸ਼ਾਨ ਭੂਮੀ ਦੇ ਵਿੱਚ ਜਾ ਕੇ ਜਦੋਂ ਅਗਨ ਭੇਟ ਕਰਨੀ ਹੈ ਨਾ, ਚੋਆ ਚੰਦਨ ਮਰਦਨ ਅੰਗਾ ਸੋ ਤਨ ਜੜੈ ਕਾਠ ਕੈ ਸੰਗਾ। ਕਹਿੰਦੇ ਉੱਥੇ ਜਾ ਕੇ ਦੇਖ ਲਿਓ ਕਿ ਜਦੋਂ ਕੁੜੀ ਖੁੱਲਣੀ ਹੈ ਨਾ ਤਾਂ ਇਹਦੇ ਵਿੱਚੋਂ ਨਿਕਲਣੀ ਖਾਕ ਹੀ ਹੈ, ਨਿਕਲਣੀ ਇਹਦੇ ਵਿੱਚੋਂ ਰਾਖ ਹੀ ਹੈ। ਚਾਹੇ ਇਹਦੇ ਵਿੱਚ ਹੱਡੀਆਂ ਨੇ, ਚਾਹੇ ਖੂਨ ਹੈ, ਹੱਡ ਮਾਸ ਜੰਮ, ਜਦੋਂ ਕੁੜੀ ਖੁੱਲਣੀ ਬਾਬਾ ਜੀ ਕਹਿੰਦੇ ਨਿਕਲਣੀ ਰਾਖ ਹੀ ਹੈ। ਤੇ ਉਹ ਰਾਖ ਕਿਹੜੀ ਹੈ? ਉਹ ਖਾਕ ਕਿਹੜੀ ਹੈ? ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ। ਤੁਸੀਂ ਸਾਰੇ ਚੱਲ ਕੇ ਆਏ ਹੋ ਨਾ, ਤੇ ਆ ਜਿਹੜੀ ਜਿਹਨੂੰ ਅਸੀਂ ਕਹਿੰਦੇ ਨਾ ਧਰਤੀ ਮਾਂ, ਇਹ ਮਾਂ ਸਾਡੇ ਪੈਰਾਂ ਦੇ ਥੱਲੇ ਹੈ, ਅਸੀਂ ਇਹਦੇ ਉੱਪਰ ਤੁਰੇ ਫਿਰਦੇ ਹਾਂ। ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ। ਮਹਾਰਾਜ ਕਹਿੰਦੇ ਜੀਵਨ ਦੀਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਅੱਜ ਇਹ ਧਰਤੀ ਸਾਡੇ ਪੈਰਾਂ ਦੇ ਥੱਲੇ ਹੈ ਨਾ, ਦੋਨੋਂ ਹੱਥ ਜੋੜ ਕੇ ਮਾਫੀ ਮੰਗਾ, ਇੱਕ ਦਿਨ ਉਹ ਵੀ ਆ ਜਾਣਾ।
जिस दिन असी धरती के थले होना तो धरती की मिट्टी साढ़े उत्ते होनी। फरीदा खाक ना दिंदी है, खाकू जेड़ ना कोई, जीवदियां पैना तले मोया उपर होए। जिस दिन ये जीवन खत्म हो जाना, ये पलटा मार जानी है बाजी। ये खेल तमाशा जिहड़ा सारा मिनटां विच बदल जाना है। ये जिहड़े बचन कीते ना अकाल पुरख परमात्मा दे नाल, हे वाहिगुरू तेरा मैं श्वास उश्वास नाम जपांगा। ते मैं गल कीती सी मातावां दी, भैणां दी। भैणों मातावो, तुहानू महाराज ने इन्नी वडियाई दित्ती है ना, आ जदों रोज अरदास करदे आ ना ते अपणियां वडियाईयां तुसीं रोज सुणदे हो। रोज जिन्हां सिंह सिंगड़ियां ने धर्म हेत शीश दिते, बंद बंद कटवाए, खोपरियां नभाइयां, चरखड़ियां ते चढ़े, तन आरियां नाल चलाए, गुरुद्वारियां की सेवा लई कुर्बानियां कीतियां, धर्म ने हारिया, सिੱਖੀ केसां सुवासां संग निभाही, तिन्हां प्यारियां सचियारियां दी कमाई दा ध्यान करके बोलो जी वाहिगुरू। ये वडियाई तुहानू मिली है, मावां नू मिली है। उन्हां मावां नू जिहड़ियां मावां नेजियां दे उत्ते अपने बच्चे टंगवा लैंदियां ने, पर गुरु नालों मूंह नहीं मोड़दियां। अब मोरे दिसंबर का महीना चढ़ गया ना, 27-28 तरीक को देख लो, हर एक गुरु घर दे विच साहिबजादियां दे जिहड़े शहीदी पर्व मनाए जाने हैं। आओ याद करिए उस मां नूं, मां गुजर कौर। मां की है? मां आप कंघी कटदी है, बच्चे नूं कंघी नहीं कटण दिंदी। आप गिले ते पैंदी है, बच्चे नूं सुखे ते पाउंदी है। आप भुखी रहती है, बजाउंदी है, मेरा बच्चा किते भुखा ना रह जावे। पर एक गुजर कौर मां ऐसी दुनिया की मां है, जिहड़ी मां जे घर विच नूंह दी गोदी हरी नहीं ना होंदी ते मां तरवैणी दे कंढे ते बैठ के तप करदी है। कंढे तरवैणी दे करदी तप नानकी माता, माता नानकी ने तप कीता। फिर मेरी नूंह दे घरे सतगुर सच्चे पातशाह जी औलाद बख्शिश कर देण, ते जदों औलाद बख्शी जाती है, मिल जाती है, फिर मां अपने पोतरिਆਂ ਨੂੰ ठंडे बुरज ਦੇ ਵਿੱਚ ਲੈ ਕੇ ਬੈਠੀ। ਆਖੋ ਸਤਨਾਮ श्री वाहिगुरू। दर्शन मेरे ख्याल सारिਆਂ ने कीते होने हैं। ठंडे बुरज ਦੇ ਵਿੱਚ ਲੈ ਕੇ ਬੈਠੀ है। ਅਹਿਲਕਾਰ रोज ਆਉਂਦੇ ਨੇ, रोज आके ਬੱਚਿਆਂ ਨੂੰ ਅਸੀਂ ਤੇ बड़े सत्कार ਨਾਲ बोलते हैं ना, बाबा जोरावर सिंह जी, बाबा फतेह सिंह जी, साहिबजादा बाबा अजीत सिंह जी, बाबा जुझार सिंह जी। वो सिपाही अहलकार लैण आउंदा, तरीकां पैंदियां ने, ते जिस दिन फिर पहले दिन लैण वास्ते आउंदा, तरीक पैंदी है, कहंदा मां मैं तेरे पोतिਆਂ ਨੂੰ ਲੈ ਕੇ ਚੱਲਿਆ ਤੇ ਮੁੜ ਜਾਵਾਂਗਾ शाम ਨੂੰ। दूए दिन फिर इसी तरह कचहरी लगती है, मुड़ जाता है। जदों तीजे दिन ਲੈ ਕੇ ਜਾਂਦਾ है ना, फिर उस दिन कहंदा मां अज मैं तेरे पोतिਆਂ ਨੂੰ ਲੈ ਕੇ ਤਾਂ ਚੱਲਿਆ, अज इन्हों रज रज के प्यार कर लै, अज मैं लैके चलिया। अगे मैं कह के जाता सी मोड़ के आवांगा, पर मां अज रज रज के प्यार कर लै, अज तेरे पोतरे मुड़ के नहीं आने। मां पता क्यों की जवाब दिंदी है? कहती मैनूं पता है, मैनूं पता है। अगे तू लैके जाता सी, तरीक पैंदी सी, मोड़ के लियाउंदा सी, पर अज तो बाद मेरे पोतरे, मेरे जिगर दे टोटे, मेरे लाल दे लाल, अज तो बाद ये मुड़ के नहीं आने। मैं इन्हों राती ही जिन्ना प्यार करना सी कर लिया। ते बाबा फतेह सिंह फिर तुर लगा, कहता है, कहता दादी मां तू तो मां कहती सी फतेह सिंह मेरा तेरे बिना जी नहीं लगना, मैं तेरे बिना जीव नहीं सकती। मां अज असी संसार तो रुखसत हो जाना है, तू किहनूं प्यार करया करेंगी? तू किहनूं लोरियां देंगी? किहनूं गोदी विच बिठा के सुलाएंगी? किहदे सिर नूं पड़ोसिया करेंगी? मां ते मां उदों कहती है, पुत्त मैं तेरे नाल वादा कीता सी, पुत्तां बाजों जिउंदियां कद सुनियां मावां। पुत्त मैं तेरे नाल वादा कीता सी, तुसीं अपने दादे कोल जा रहे हो, मैं हुण ड्यूटी ओहदी लाई है। जिन्ना चਿਰ मेरी ड्यूटी लगी सी मैं संभाली है, दुनियादारी दे विच ड्यूटी मेरी सी। हुण तुसीं अपने दादे तेग बहादुर दे कोल जा रहे हो, हुण अगली सांभ संभाल तुहाडी श्री गुरु तेग बहादुर तुहाडे दादा जी करनगे। जदों मां नूं पता लगदा है ना कि पुत्र शहीद हो गया, मैं गल मां दी कर लग्या औरत दी। जदों मां नूं पता लगदा है ना
ਵੀ ਅੱਜ ਪੁੱਤਰੇ ਮੇਰੇ ਸ਼ਹੀਦ ਹੋ ਗਏ ਨੇ ਨੀਹਾਂ ਦੇ ਵਿੱਚ ਚੜ ਕੇ, ਤੇ ਮਾਂ ਵੀ ਉੱਥੇ ਆਪਣੀ ਸ਼ਹੀਦੀ ਦੇ ਦਿੰਦੀ ਹੈ। ਮਾਂ ਵੀ ਆਪਣੇ ਆਪ ਨੂੰ ਅਰਪਣ ਕਰ ਦਿੰਦੀ ਹੈ, ਕਿਉਂਕਿ ਉਸ ਮਾਂ ਨੇ ਆਪਣੇ ਬੱਚਿਆਂ ਨੂੰ ਇਹੋ ਜਿਹੀ ਸਿੱਖਿਆ ਦਿੱਤੀ ਜਿਨ੍ਹਾਂ ਦੇ ਅੰਦਰ ਉਮਰਾਂ ਤਾਂ ਛੋਟੀਆਂ ਸੀ, ਪਰ ਉਹਨਾਂ ਨੇ ਕਾਰਨਾਮੇ ਜਿਹੜੇ ਕੀਤੇ ਨੇ, ਬਖਸ਼ਿਸ਼ਾਂ ਜਿਹੜੀਆਂ ਕੀਤੀਆਂ ਨੇ, ਉਹਨਾਂ ਦਾ ਅਹਿਸਾਨ ਤਾਂ ਅਸੀਂ ਕਿੱਥੇ ਦੇ ਸਕਦੇ ਹਾਂ। ਉਹਨਾਂ ਦੇ ਕੀਤੇ ਹੋਏ ਅਹਿਸਾਨ ਤਾਂ ਗਿਣੇ ਵੀ ਨਹੀਂ ਜਾ ਸਕਦੇ। ਅਹਿਸਾਨ ਦੇਣ ਦੀ ਤਾਂ ਗੱਲ ਵੱਖਰੀ ਰਹਿ ਜਾਂਦੀ ਹੈ ਨਾ, ਵੀ ਅਹਿਸਾਨ ਦਾ ਬਦਲਾ ਤਾਰ ਦਿਆਂਗੇ। ਉਹਨਾਂ ਦੇ ਅਹਿਸਾਨ ਤਾਂ ਉਂਗਲਾਂ ਤੇ, ਕਾਪੀਆਂ ਤੇ ਲਿਖਤੀ ਰੂਪ 'ਚ ਗਿਣੇ ਨਹੀਂ ਜਾ ਸਕਦੇ। ਲੇਖਾ ਤਾਂ ਉਹਨਾਂ ਦਾ ਕਿੱਥੇ ਦੇਵਾਂਗੇ। 1 ਵਜੇ ਦਾ ਸਮਾਂ ਸੀ ਅੱਜ ਦਾ ਜਥੇ ਦਾ, ਤੇ ਇੱਕੋ ਹੀ ਬੇਨਤੀ ਹੈ ਅਖੀਰ ਦੇ ਵਿੱਚ ਕਿ ਜਦੋਂ ਜਿਵੇਂ ਤੁਸੀਂ ਆਰਾਮ ਨਾਲ ਬੈਠ ਕੇ ਸੁਣ ਰਹੇ ਹੋ ਨਾ, ਇਹ ਗੁਰੂ ਕੀ ਬਾਣੀ ਹੈ, ਜਿਵੇਂ ਜਿਵੇਂ ਸੁਣਾਂਗੇ ਇਹ ਹਿਰਦੇ ਦੇ ਅੰਦਰ ਘਰ ਕਰਦੀ ਜਾਂਦੀ ਹੈ। ਉਵੇਂ ਉਵੇਂ ਅੰਦਰ ਸਿਮਰਨ ਚੱਲਦਾ ਹੈ, ਉਵੇਂ ਉਵੇਂ ਅੰਦਰ ਬੰਦਗੀ ਚੱਲਦੀ ਹੈ। ਹੋਰ ਬੰਦਗੀ ਇਹ ਨਹੀਂ ਹੈ, ਮਾਫ ਕਰਿਓ ਮੈਂ ਗੁਰਬਾਣੀ ਦੇ ਆਧਾਰ ਤੇ ਕਹਿਣ ਲੱਗਿਆ, ਮਹਾਰਾਜ ਨੇ ਕਰਮਾ ਕਾਂਡਾਂ ਦਾ ਸਾਰਿਆਂ ਦਾ ਮਹਾਰਾਜ ਨੇ ਖੰਡਨ ਕੀਤਾ। ਸੱਚੇ ਮਨ ਦੀ ਮਹਾਰਾਜ ਨੇ ਜਿਹੜੀ ਉਸਤਤ ਕੀਤੀ, ਵਡਿਆਈ ਕੀਤੀ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸੱਚੇ ਮਾਰਗ ਤੇ ਚੱਲਦਿਆਂ ਫਿਰ ਜਹਾਨ ਵੀ ਉਸਤਤ ਕਰਦਾ ਹੈ। ਫਿਰ ਦਰਗਾਹ ਦੇ ਵਿੱਚ ਤਾਂ ਵਡਿਆਈਆਂ ਮਿਲਦੀਆਂ ਨੇ। ਆਓ ਇੱਕੋ ਸ਼ਬਦ ਉਸ ਮਾਂ ਨੇ ਵਰਤਾਏ, ਜਿਹੜਾ ਜੀਵ ਵਿਛੜ ਜਾਂਦਾ ਹੈ ਮੁੜ ਕੇ ਨਹੀਂ ਆਉਂਦਾ। ਇਹ ਵੀ ਇੱਕ ਅਟਲ ਸੱਚਾਈ ਹੈ ਜੀ, ਉਹ ਮੁੜ ਕੇ ਨਹੀਂ ਆਉਂਦਾ। ਤੇ ਜਿਹੜੇ ਮੁੜ ਕੇ ਜਾਂਦੇ ਆ ਜਾਂਦੇ ਨੇ ਨਾ, ਉਹ ਅਜੇ ਗਏ ਨਹੀਂ ਹੁੰਦੇ। ਜਿਹੜੀਆਂ ਆਪਾਂ ਕਥਾ ਕਹਾਣੀਆਂ ਕੋਈ ਮਨ ਘੜਤ ਸਾਖੀਆਂ ਸੁਣ ਲੈਂਦੇ ਨਾ, ਹਾਂ ਇਹ ਹੋ ਸਕਦਾ ਹੈ। ਸੁਖਮਨੀ ਸਾਹਿਬ ਦੇ ਵਿੱਚ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਪ੍ਰਭ ਭਾਵੈ ਬਿਨ ਸਾਸ ਤੇ ਰੱਖ ਹੈ। ਜੇ ਉਹ ਪ੍ਰਮਾਤਮਾ ਦੀ ਨਜ਼ਰ ਹੋ ਜਾਵੇ ਤਾਂ ਉਹ ਬਿਨਾਂ ਸਵਾਸਾਂ ਤੋਂ ਵੀ ਜਿੰਦਾ ਰੱਖ ਸਕਦਾ ਹੈ, ਜਦ ਕਿ ਜੀਵਨ ਹੈ ਸਵਾਸਾਂ ਦਾ। ਜੇ ਸਵਾਸ ਨਹੀਂ ਤਾਂ ਜੀਵਨ ਨਹੀਂ। ਬਾਬੇ ਤਾਂ ਵੀ ਬਾਣੀ ਵਿੱਚ ਆਖੇ ਨਾ, ਆਦਮੀ ਹਾਂ ਇੱਕ ਦਮੀ। ਇੱਕ ਦਮ ਦਾ ਆਦਮੀ ਹੈ, ਜੇ ਦਮ ਆ ਗਿਆ ਤਾਂ ਆਦਮੀ ਹੈ, ਜੇ ਦਮ ਨਹੀਂ ਆਇਆ ਤਾਂ ਮਿੱਟੀ ਦੀ ਢੇਰੀ ਹੈ। ਬਾਬਾ ਰਵਿਦਾਸ ਜੀ ਵੀ ਇੱਕ ਜਗ੍ਹਾ ਕਹਿੰਦੇ ਨੇ, ਬੰਕੇ ਬਾੜ ਪਾਗ ਸਿਰ ਡੇਰੀ, ਇਹ ਤਨ ਹੋਏ ਕੋ ਭਸਮ ਕੀ ਢੇਰੀ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਇਹ ਜੀਵ ਸੰਸਾਰ ਤੇ ਆ ਕੇ ਕਿਤੇ ਰਾਮ ਨਾਮ ਦੇ ਸਿਮਰਨ ਬਿਨਾ, ਉਹਦੀ ਬੰਦਗੀ ਤੋਂ ਬਿਨਾ ਆਪਣਾ ਜੀਵਨ ਵਿਅਰਥ ਨਾ ਗਵਾ ਲੈ। ਇਹਨੂੰ ਪ੍ਰਮਾਤਮਾ ਦੇ ਦੇਖੇ ਲਾ ਦੇ। ਆਓ ਫਿਰ ਰਲ ਮਿਲ ਕੇ ਸਾਰੇ ਜਣੇ ਆਪਾਂ ਅਸੀਸੜੀਆਂ ਦਾ ਸ਼ਬਦ ਪੜ੍ਹ ਲਈਏ। ਦੇਹੋ ਸੱਜਣ ਅਸੀਸੜੀਆਂ, ਜੇ ਹੋਵੇ ਸਾਹਿਬ ਸੁਮੇਲ। ਜਿਨ੍ਹਾਂ ਨੂੰ ਆਉਂਦਾ ਹੈ, ਤਕਰੀਬਨ ਸਾਰਿਆਂ ਨੂੰ ਆਉਂਦਾ ਹੀ ਹੋਣਾ ਹੈ, ਕਿਰਪਾ ਕਰਿਓ ਨਾਲ ਬੋਲਣ ਦੀ ਕਿਰਪਾਲਤਾ ਕਰਿਓ, ਰਸ ਹੋਰ ਬਣੇਗਾ। ਆਓ ਜੀ ਪਿਆਰ ਸਾਹਿਬ, ਦੇਹੋ ਸੱਜਣ ਅਸੀਸੜੀਆਂ। ਦੇਹੋ ਸੱਜਣ ਅਸੀਸੜੀਆਂ, ਦੇਹੋ ਸੱਜਣ ਅਸੀਸੜੀਆਂ, ਦੇਹੋ ਸੱਜਣ ਅਸੀਸੜੀਆਂ, ਦੇਹੋ ਸੱਜਣ ਅਸੀਸੜੀਆਂ। ਜਿਉਂ ਹੋਵੇ ਸਾਹਿਬ ਸਿਉਂ ਮੇਰੇ, ਹੋਵੇ ਸਾਹਿਬ ਸਿਉਂ ਸੱਜਣ ਅਸੀਸੜੀਆਂ।
ਮਤ ਨਾ ਪਵੇ ਕਿਸਦਾ ਤੇ ਕਬਰ ਸਮਾਨ, ਕਿਸਦਾ ਤੇ ਕਬਰ ਸਮਾਨ, ਕਿਸਦਾ ਤੇ ਕਬਰ ਸਮਾਨ, ਕਿਸਦਾ ਤੇ ਕਬਰ ਸਮਾਨ, ਹੋਵੇ ਸਾਹਿਬ ਸਿਉਂ ਮੇਰੇ, ਹੋਵੇ ਸਾਹਿਬ ਸਿਉਂ ਮੇਰੇ, ਹੋਵੇ ਸਾਹਿਬ ਸਿਉਂ ਮੇਰੇ, ਹੋਵੇ ਸਾਹਿਬ ਸਿਉਂ ਮੇਰੇ। ਦੇਖੋ ਸਜਣੀਆਂ ਸੀਸੜੀਆਂ, ਦੇਹੋ ਸਜਣਿਆ ਸੀਸੜੀਆਂ, ਦੇਖੋ ਸਜਣੀਆਂ ਸੀਸੜੀਆਂ, ਦੇਖੋ ਸਜਣੀਆਂ ਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਰੇ, ਹੋਵੇ ਸਾਹਿਬ ਸਿਉਂ ਮੇਰੇ, ਹੋਵੇ ਸਾਹਿਬ ਸਿਉਂ ਮੇਰੇ, ਹੋਵੇ ਸਾਹਿਬ ਸਿਉਂ ਮੇਰੇ। ਸੰਗਤ ਸਾਰ ਲਿਖਿਆ ਬਿਨ ਕਰ ਪਾਵੋ ਤੇ, ਸੰਗਤ ਪਾਵੋ ਤੇ, ਸੰਗਤ ਸਾਰ ਲਿਖਿਆ ਬਿਨ ਕਰ ਪਾਵੋ ਤੇ, ਬਿਨ ਕਰ ਪਾਵੋ ਤੇ। ਹੋ ਸਜਣਿਆ ਸੀਸੜੀਆਂ, ਜੋ ਹੋਵੇ ਸਾਹਿਬ ਸਿਉਂ ਮੇਰੇ, ਜੋ ਹੋਵੇ ਸਾਹਿਬ ਸਿਉਂ ਮੇਰੇ। ਹੋ ਸਜਣਿਆ ਸੀਸੜੀਆਂ, ਜੋ ਹੋਵੇ ਸਾਹਿਬ ਸਿਉਂ ਮੇਰੇ, ਜੋ ਹੋਵੇ ਸਾਹਿਬ ਸਿਉਂ ਮੇਰੇ। ਘਰ ਘਰ ਹੋ ਬਾਹੁਗਾ ਸਤੜੇ ਨਿਤ ਪਵਨ, ਘਰ ਘਰ ਇਹੋ ਪਹੁੰਚਾ। ਹੁਣ ਇਸ ਸ਼ਬਦ ਦੇ ਉੱਤੇ ਖਾਸ ਕਰਕੇ ਧਿਆਨ ਦਿਓ ਆਪਣਾ। ਘਰ ਘਰ ਇਹੋ ਪਹੁੰਚਾ। ਹਰ ਘਰ ਦੇ ਵਿੱਚ ਇਸ ਚੀਜ਼ ਦਾ ਸੱਦਾ ਪਹੁੰਚਿਆ ਹੋਇਆ। ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ। ਕਹਿੰਦੇ ਘਰਾਂ ਦੇ ਵਿੱਚ ਰੋਜ਼ ਸੱਦੇ ਆਉਂਦੇ ਨੇ ਮੌਤ ਦੇ। ਹੁਣ ਤੁਸੀਂ ਸਾਰੇ ਮੇਰੇ ਭੈਣ ਭਰਾ ਬੈਠੇ ਹੋ, ਦੱਸਿਓ ਕੋਈ ਐਸਾ ਘਰ ਹੈ ਜਿੱਥੇ ਮੌਤ ਦਾ ਸੱਦਾ ਨਾ ਆਇਆ ਹੋਵੇ? ਕੋਈ ਨਹੀਂ, ਕਿਉਂਕਿ ਮੌਤ ਅਵਸ਼ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਏਹਾ ਹਾਲ। ਨੌਜਵਾਨ ਬੱਚੇ ਬੈਠੇ ਨੇ, ਬਹੁਤ ਦੂਰ ਤੱਕ ਆਵਾਜ਼ ਆ ਰਹੀ ਹੈ। ਮੈਂ ਕੋਈ ਪੁਰਾਣੀਆਂ ਸਾਖੀਆਂ ਨਾ ਛੇੜਾਂ। ਅੱਜ ਦੇ ਸਮੇਂ ਦਾ ਤਕਰੀਬਨ ਅੱਜ ਤੋਂ 50-60 ਸਾਲ ਪਹਿਲਾਂ ਆ ਜਿਹੜਾ ਮਾਈਕਲ ਜੈਕਸਨ ਬਹੁਤ ਵਧੀਆ ਗਾਇਕ ਵੀ ਸੀ, ਡਾਂਸਰ ਵੀ ਸੀ, ਔਰ ਇੰਨਾ ਧਨ ਦੌਲਤ ਕਮਾ ਲਿਆ ਸੀ ਨਾ, ਉਹਨੇ ਸ਼ਰਤ ਲਾਈ ਸੀ। ਅੱਗੇ ਤਾਂ ਅਸੀਂ ਰਾਵਣ ਦੀਆਂ ਗੱਲਾਂ ਕਰਦੇ ਹਾਂ, ਹੁਣ ਅਕਸ਼ ਦੀਆਂ ਕਰਦੇ ਹਾਂ ਨਾ। ਆ ਬਿਲਕੁਲ ਤਾਜ਼ੀਆਂ ਸਾਖੀਆਂ ਨੇ। ਉਹਨੇ ਦਾਅਵਾ ਕੀਤਾ ਸੀ, ਕਹਿੰਦਾ ਮੈਂ 150 ਸਾਲ ਤੱਕ ਜ਼ਿੰਦਗੀ ਜੀਣੀ, 150 ਸਾਲ ਤੱਕ। ਮਾਈਕਲ ਜੈਕਸਨ, ਮੇਰਾ ਖਿਆਲ ਹੈ ਮੋਬਾਈਲ ਸਾਰਿਆਂ ਦੇ ਕੋਲ ਨੇ, ਬਹੁਤ ਸਾਰੇ ਜਾਣਦੇ ਹੋਣਗੇ। ਸਰਚ ਕਰਕੇ ਦੇਖੋ ਹਿਸਟਰੀ ਆਫ ਮਾਈਕਲ ਜੈਕਸਨ। 150 ਸਾਲ ਜੀਣ ਦਾ ਉਹਨੇ ਦਾਅਵਾ ਕੀਤਾ ਸੀ, ਕਹਿੰਦਾ ਮੈਂ 150 ਸਾਲ ਜੀਵਾਂਗਾ। 12 ਡਾਕਟਰ ਉਹਦੇ ਨਾਲ ਹਰ ਵਕਤ ਰਹਿੰਦੇ ਸੀ, ਹਰ ਵਕਤ। ਜਦੋਂ ਰਾਤ ਨੂੰ ਸੁੱਤਾ ਸੀ ਨਾ, ਤੇ ਡਾਕਟਰ ਉਹਦੇ ਕੋਲ ਰਹਿੰਦੇ ਸੀ। ਉਹਨੇ ਦਾਅਵਾ ਕੀਤਾ ਸੀ ਮੈਂ 150 ਸਾਲ ਤੱਕ ਜੀਵਾਂਗਾ। ਪਰ ਜਦੋਂ ਮੌਤ ਆਈ ਨਾ, ਤੇ 50-60 ਸਾਲ ਦੀ ਉਮਰ ਵਿੱਚ ਹੀ ਲੈ ਕੇ ਚਲੇ ਗਏ। ਉਹ 12 ਦੇ 12 ਡਾਕਟਰ ਖੜੇ ਦੇਖਦੇ ਰਹਿ ਗਏ। ਇਹੋ ਜਿਹੇ ਦਾਅਵੇ ਕੀਤੇ ਸੀ ਹਰਨਕਸ਼ ਨੇ, ਇਹੋ ਜਿਹੇ ਦਾਅਵੇ ਕੀਤੇ ਸੀ ਰਾਵਣ ਨੇ। 1 ਲੱਖ ਪੂਤ 1.25 ਲੱਖ ਨਾਤੀ, ਤਹਿ ਰਾਵਣ ਧਰਤੀਆ ਨਾ ਬਾਤੀ। ਜਿਹਦਾ ਏਡਾ ਵੱਡਾ ਪਰਿਵਾਰ ਸੀ, ਜਿਹਦਾ 1 ਲੱਖ ਪੁੱਤ ਪੁੱਤਰਾ ਸੀ, ਮਹਾਰਾਜ ਕਹਿੰਦੇ ਉਹਦੀ ਮੜੀ ਤੇ ਜੀਵਾ ਜਗਾਉਣ ਵਾਲਾ ਕੋਈ ਬਚਿਆ ਨਹੀਂ। ਮੌਤ ਇੰਨੀ ਬਲਵਾਨ ਹੈ, ਤੇ ਜਦੋਂ ਆਉਣੀ ਹੈ ਨਾ, 3.5 ਮਣ ਦੇ ਹੋਣੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਆਸੂਣੀ ਮਨ। ਮਲਕਲ ਮੌਤ ਜਾਂ ਆਪ ਸੀ, ਸਭ ਦਰਵਾਜੇ ਭੰਨ, ਤਿਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਮਰਦ ਕਹਿੰਦੇ ਦੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ। ਜਿਹੜਾ ਆਪ
ਤੁਰਿਆ ਫਿਰਦਾ ਸੀ, ਅੱਜ ਦੇਖੋ ਮਹਾਰਾਜ ਕਹਿੰਦੇ ਵੀ 4 ਜਣੇ ਚੱਕ ਕੇ ਲੈ ਜਾ ਰਹੇ ਨੇ। ਉਹ ਬੰਦਿਆ ਆ ਜੀਵਨ ਆ ਤੇਰਾ, ਅੱਜ ਸਮਾਂ ਹੈ ਭਈ ਪ੍ਰਾਪਤ ਮਾਨੁਖ ਦੇ ਹੋਈ ਆ, 2 ਬੈਂਡ ਮਿਲਣ ਕੀ, ਇਹ ਤੇਰੀ ਬਰੀਆ ਹੈ, ਤੇਰੀ ਬਾਰੀ ਹੈ। ਅੱਜ ਇਹਨੂੰ ਹੱਥੋਂ ਨਾ ਗਵਾ। ਇਸ ਕਰਕੇ ਜਿੱਥੇ ਆਪਣੀ ਸੱਚੀ ਸੁੱਚੀ ਕਿਰਤ ਕਰਦਾ ਹੈ, ਪਰਿਵਾਰ ਪਾਲਦਾ ਹੈ, ਉਹਦੇ ਨਾਲ ਪਰਮਾਤਮਾ ਦਾ ਨਾਮ ਜ਼ਰੂਰ ਲਿਆ ਕਰ, ਉਹਦਾ ਸ਼ੁਕਰਾਨਾ ਜ਼ਰੂਰ ਕਰਿਆ ਕਰ, ਤਾਂ ਕਿ ਉਸ ਦਰਗਾਹ ਦੇ ਵਿੱਚ ਵੀ ਤੇਰਾ ਮੂੰਹ ਰਹਿ ਜਾਵੇ। ਕੀ ਕਹਿ ਰਹੇ ਨੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ, ਸੁਣਿਓ ਪਿਆਰ ਨਾਲ। ਪਰ ਕਰੇ ਬਾਹੁਤਾ ਸਤਿਗੁਰ ਨਿਤ ਪਵਨ, ਸਤਿਗੁਰ ਨਿਤ ਪਵਨ, ਸਤਿਗੁਹਾਰਾ ਸਿਮਰਿਐ ਨਾਨਕ ਸੇਰੇ ਅਵਨ, ਨਾਨਕ ਸੇਰੇ ਅਵਨ, ਸਤਿਗੁਹਾਰਾ ਸਿਮਰਿਐ ਨਾਨਕ ਸੇਰੇ ਅਵਨ, ਸਾਹਿਬ ਸਿਆਮੇ ਹੋਵੇ, ਸਾਹਿਬ ਸਿਆਮੇ ਹੋਵੇ, ਸਾਹਿਬ ਸਿਆਮੇ ਹੋਵੇ, ਸਾਹਿਬ ਸਿਆਮੇ ਦੇਹੋ ਸਜਣਿਆ ਸੀਸੜੀਆਂ, ਦੇਹੋ ਸਜਣਿਆ ਸੀਸੜੀਆਂ, ਦੇਹੋ ਸਜਣਿਆ ਸੀਸੜੀਆਂ, ਦੇਹੋ ਸਜਣਿਆ ਸੀਸੜੀਆਂ ਹੋਵੇ, ਸਾਹਿਬ ਸਿਆਮੇ ਹੋਵੇ, ਸਾਹਿਬ ਸਿਆਮੇ ਜੋ ਹੋਵੇ, ਸਾਹਿਬ ਸਿਆਮੇ ਜੋ ਹੋਵੇ, ਸਾਹਿਬ ਸਿਆਮੇ। ਸੋ ਚੰਗੀਆਂ ਕੁ ਬੇਨਤੀਆਂ ਨੂੰ ਪ੍ਰਵਾਨ ਕਰਿਓ। ਬਸ ਅਖੀਰ ਵਿੱਚ ਉਹੀ ਆਪ ਵੀ ਜੁੜੋ, ਦੂਜਿਆਂ ਨੂੰ ਵੀ ਜੁੜੋ, ਆਪ ਜਪੋ, ਅਮਰਾ ਨਾਮ ਜਪਾਵੋ ਗੁਰਬਾਣੀ। ਜਿੱਥੇ ਪੜ੍ਹਨ ਦਾ ਵਿਸ਼ਾ ਹੈ ਨਾ, ਉੱਥੇ ਵਿਚਾਰਨ ਦਾ ਵਿਸ਼ਾ ਵੀ ਹੈ। ਜਿੰਨਾ ਜਿੰਨਾ ਗੁਰਬਾਣੀ ਨੂੰ ਵਿਚਾਰਾਂਗੇ, ਉਹਨਾਂ ਆਨੰਦ ਵਧੀ ਜਾਏਗਾ ਦਿਨੋਂ ਦਿਨ। ਕਿੰਨੇ ਪਿਆਰ ਨਾਲ ਮੇਰੇ ਸਤਿਗੁਰੂ ਜੀ ਸਾਨੂੰ ਆਵਾਜ਼ਾਂ ਮਾਰ ਮਾਰ ਕੇ ਕਹਿੰਦੇ ਨੇ ਨਾ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇ ਬਾਣੀ ਆਸਰੇ ਬਾਣੀ। ਪਰਿਵਾਰ ਨਾਲ ਦੁੱਖ ਸਾਂਝਾ ਹੈ, ਸਤਿਗੁਰੂ ਜੀ ਕਿਰਪਾ ਕਰਨ। ਉਹ ਸਾਡੇ ਭੈਣ ਜੀ ਮਨਜੀਤ ਕੌਰ ਜੀ, ਮਹਾਰਾਜ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਿਸ਼ ਕਰਨ। ਆਪ ਸੰਗਤਾਂ ਨੂੰ ਭਾਣਾ ਮੰਨਣ ਦਾ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਮੈਂ ਪਹਿਲਾਂ ਵੀ ਦੱਸਿਆ, ਮਰਨ ਨੂੰ ਜੀ ਕਿਸੇ ਦਾ ਨਹੀਂ ਕਰਦਾ, ਮੇਰਾ ਵੀ ਨਹੀਂ ਕਰਦਾ, ਪਰ ਜਦੋਂ ਆਉਂਦੀ ਹੈ ਨਾ, ਉਦੋਂ ਕਿਸੇ ਦੀ ਨਾ ਬਾਹ ਜਾਂਦੀ ਹੈ, ਨਾ ਪੇਸ਼ ਜਾਂਦੀ ਹੈ। ਤੇ ਉਹ ਪਰਮਾਤਮਾ ਇੱਕ ਐਸਾ ਹੈ ਜਿਹੜਾ ਕਿਲੀ ਵਿੱਚ ਵੀ ਸਮਾਇਆ ਹੋਇਆ ਤੇ ਹਾਥੀ ਵਿੱਚ ਵੀ ਸਮਾਇਆ ਹੋਇਆ। ਸੋ ਗੁਰੂ ਕਿਰਪਾ ਕਰੇ। ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ। ਸੇਵਕ ਪਰਿਵਾਰ ਲਈ ਅਰਦਾਸ ਬੇਨਤੀ ਹੈ, ਮਹਾਰਾਜ ਕਿਰਪਾ ਕਰਨੀ ਉਸ ਭੈਣ ਮਨਜੀਤ ਕੌਰ ਜੀ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਸਥਾਨ ਬਖਸ਼ੀ। ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੀ। ਮੇਰੇ ਸਾਹਮਣੇ ਬੈਠੇ ਵੀਰ ਜੀ, ਜਿਨ੍ਹਾਂ ਦੀ ਬਦੌਲਤ ਆਪ ਸੰਗਤਾਂ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਤੇ ਅੱਜ ਇਸ ਸੋਗ ਭਰੇ ਸਮਾਗਮ ਦੇ ਵਿੱਚ ਹਾਜ਼ਰੀ ਲਗਵਾ ਰਹੇ ਹਾਂ। ਵੀਰ ਦਵਿੰਦਰ ਸਿੰਘ ਜੀ, ਇਹਨਾਂ ਨੇ ਵੀ ਬਹੁਤ ਵੱਡਾ ਪਹਿਲਾਂ ਅੱਗੇ ਘਾਟਾ ਖਾਧਾ ਹੈ। ਉਹ ਸਾਡਾ ਵੀਰ ਜਿਹੜਾ ਸੀ, ਉਦੋਂ ਵੀ ਅਸੀਂ ਹਾਜ਼ਰੀ ਲਗਾ ਕੇ ਗਏ ਸੀ। ਵੀਰ ਜੋਗਿੰਦਰ ਸਿੰਘ, ਉਦੋਂ ਮਨ ਨੂੰ ਵੈਰਾਗ ਵੀ ਆਇਆ, ਅੱਜ ਵੀ ਮਨ ਨੂੰ ਵੈਰਾਗ ਹੈ। ਇਹ ਸੱਚੇ ਪਾਤਸ਼ਾਹ ਕਿਹੋ ਜਿਹੀਆਂ ਰੂਹਾਂ ਸੰਸਾਰ ਦੇ ਵਿੱਚ ਆਉਂਦੀਆਂ ਨੇ ਤੇ ਆ ਕੇ ਆਪਣੀਆਂ ਨਿੱਘੀਆਂ ਮਿੱਠੀਆਂ ਯਾਦਾਂ ਛੱਡ ਕੇ ਚਲੀਆਂ ਜਾਂਦੀਆਂ ਨੇ। ਇਹ ਭੁੱਲਣਯੋਗ ਕਦੇ ਨਹੀਂ ਹੁੰਦੇ, ਭੁਲਾਏ ਨਹੀਂ ਜਾ ਸਕਦੇ। ਇਹ ਦੁੱਖ ਐਸੇ ਨੇ ਜਿਵੇਂ ਸਾਡੀ ਪੰਜਾਬੀ ਭਾਸ਼ਾ ਵਿੱਚ ਧੁੱਖਦਾ ਹੋਇਆ ਬੂਟਾ ਹੁੰਦਾ ਹੈ ਨਾ, ਇਸੇ ਤਰ੍ਹਾਂ ਨਾ ਤਾਂ ਕਦੇ ਮਾਵਾਂ ਹੀ ਭੁੱਲਦੀਆਂ ਨੇ, ਮਾਪੇ ਭੁੱਲਦੇ ਨੇ। ਬਾਬਾ ਜੀ ਕਹਿੰਦੇ ਨਾ, ਫਰੀਦਾ ਕਿੱਥੇ ਤੈਡੇ ਮਾਪਿਆਂ ਜਿਹੜੀ ਤੂੰ ਜੜੇ ਹੋਏ, ਤੇਰੇ ਮਾਪੇ ਕਿੱਥੇ ਗਏ ਜਿਨ੍ਹਾਂ ਨੇ ਤੈਨੂੰ ਜੜਿਆ ਸੀ। ਤੈਂ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਬਚਣਾ, ਤੇਰੇ ਦੇਖਦਿਆਂ ਦੇਖਦਿਆਂ ਉਹ ਚਲੇ ਗਏ, ਅਜੇ ਵੀ ਸਮਝ ਨਹੀਂ ਆਈ। ਜਾਂ ਅੱਜ ਵੀ ਸਮਾਂ ਹੈ, ਉੱਠ ਪਰਮਾਤਮਾ ਦੇ ਨਾਮ ਨਾਲ ਜੁੜ ਜਾ, ਫਿਰ ਤੇਰੇ ਅੰਦਰੋਂ ਤਾਕਤ ਦੇਵੇਗਾ ਜਿਹੜੀ ਇਹੋ ਜਿਹੇ ਭਾਣਿਆਂ ਨੂੰ ਮੰਨਣ ਦੀ ਸ਼ਕਤੀ ਦੇਵੇਗੀ। ਗੁਰੂ ਕਿਰਪਾ ਕਰੇਗਾ। ਇੱਕੋ ਹੀ ਕਹਿ ਸਕਦੇ ਅੰਤ ਦੇ ਵਿੱਚ ਵੀ ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸਾਰੀਆਂ ਸੰਗਤਾਂ ਦਾ ਧੰਨਵਾਦ, ਵੀਰ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਕੋਲ ਬੈਠ ਕੇ ਸੁਣਨ ਦੀ ਸੇਵਾ ਨਿਭਾਈ ਹੈ। ਬਹੁਤ ਬਹੁਤ ਧੰਨਵਾਦ ਹੈ ਪਰਿਵਾਰ ਦਾ।
ਅਰਦਾਸ ਕਰਦੇ ਹਾਂ ਮਹਾਰਾਜ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਸਥਾਨ ਬਖਸ਼ੋ। ਆਓ 6 ਪੌੜੀਆਂ ਆਨੰਦ ਸਾਹਿਬ ਆਪਾਂ ਸਮਾਪਤੀ ਦੇ ਵਿੱਚ ਸਾਰੇ ਜਿਹੜੇ ਰਲ ਕੇ ਪੜ੍ਹੀਏ। ਮੇਰਾ ਖਿਆਲ ਹੈ ਸਾਰਿਆਂ ਨੂੰ ਯਾਦ ਹੋਣੀਆਂ। ਵੈਸੇ ਤੇ ਅੱਜ ਘਰ ਘਰ ਗੁਰਬਾਣੀ ਚੱਲ ਰਹੀ ਹੈ, ਜਿਨ੍ਹਾਂ 'ਚ ਨਹੀਂ ਘਰਾਂ 'ਚ ਚੱਲਦੀ ਗੁਰਬਾਣੀ, ਉਹ ਕਿਰਪਾ ਕਰਿਆ ਕਰੋ ਗੁਰਬਾਣੀ ਦੇ ਪ੍ਰਵਾਹ ਚਲਾਇਆ ਕਰੋ। ਨਿਤਨੇਮ ਸੁਭਾ ਸ਼ੇਮ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਓ। 6 ਪੌੜੀਆਂ ਆਨੰਦ ਸਾਹਿਬ ਦੀਆਂ ਆਪਾਂ ਸਾਰੇ ਜਿਹੜੇ ਰਲ ਕੇ ਪੜ੍ਹੀਏ। ਤੁਹਾਡਾ ਚੁੱਕਾਂ ਦੀ ਖਿਮਾ ਬਖਸ਼ੋ ਜਿਹੜੀ ਰਾਮਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਨੇ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸਹੀ ਮਨ ਵਧੀਆ ਮਾਇਆ। ਰਾਮ ਰਤਨ ਪਰਵਾਰ ਕੰਨਾ ਸਬਦ ਬਾਵਣਿਆ। ਸ਼ਬਦੋਂ ਦਾ ਬੋਲੀ ਤੇਰਾ ਮਨ ਨਹੀਂ ਬਸਾਇਆ। ਕਹਿਣਾ ਆਨੰਦ ਸਤਿਗੁਰੂ ਨੇ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਣਾ। ਹਰਿ ਤੂੰ ਮਨ ਮੇਰੇ ਤੂੰ ਸਭ ਵਿਸਾਰਣਾ। ਅੰਗੀਕਾਰੋ ਕਰ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਣਾ। ਸਾਰੇ ਸਾਰੇ ਕਿਆ ਨਹੀਂ ਕਰਦੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ। ਸਦਾ ਸਤ ਸਦਾ ਤੇਰੇ ਨਾਮ ਮਨ ਵਸਾਵੇ। ਕਹਿ ਮਨ ਵਸਿਆ ਬਾਜੇ ਸ਼ਬਦ ਕਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਹਰਦੇ। ਸਾਚਾ ਨਾਮ ਮੇਰਾ ਆਧਾਰ। ਸਾਚਾ ਨਾਮ ਆਧਾਰ ਮੇਰਾ ਦਿਲ ਟੁੱਟਾ ਸਭ ਗਵਾਇਆ। ਸੋਹਣਿਆ ਵਸਿਆ ਦਿਲ ਇੱਛਾ ਸਭ ਬੁਝਾਈ। ਸਦਾ ਬਾਣ ਪਿਤਾ ਗੁਰੂ ਕਹੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰ। ਸਾਚਾ ਨਾਮ ਮੇਰਾ ਆਧਾਰ। ਵਾਜੇ ਮੰਤ ਸ਼ਬਦ ਵਿਕਾਰ ਮਾਗੇ। ਮਾਗੇ ਸ਼ਬਦ ਰਾਜੇ ਕਲਾ ਜਿਤ ਗਰਦਾਰੀਆ। ਪੰਜ ਤੁਧ ਵਸ ਕੀਤੇ ਕਾਰ ਕੰਡੇ ਬਿਮਾਰਿਆ। ਮਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸਤਿ ਆਤਿਤ ਕਰ ਅਨਹਦ ਵਾਜੇ। ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ। ਪਾਇਆ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਲੋਕ ਸੰਤਾ ਉਤਰੇ ਸੁਣੀ ਸਤੀ ਬਾਣੀ। ਸੰਤ ਸਾਧਕ ਭਏ ਸੰਸੇ ਪੂਰੇ ਗੁਰ ਤੇ ਜਾਣੀ। ਗੁਰ ਤੇ ਪੁਨੀਤ ਕਹਤੇ ਗੁਰ ਸਤਿਗੁਰ ਦਇਆ ਮਨ ਮੋਰੇ। ਨਾਨਕ ਗੁਰ ਚਰਨ ਲਾਗੇ ਵਾਜੇ ਅਨਮਜੂਰੇ। ਓ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਾਤਾ। ਇਸ ਨਾਮ ਪਰ ਪਾਇਦਾਇਆ ਖੇਡੈ ਸਗਲ ਜਗਤ। ਜਗਿਆਇਆ ਬੁਲਿਆਣੀਆਂ ਵਰਜੇ ਦਰਗਾ ਦੂਰ। ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਤੇ ਮਸ਼ਕਤ ਕਾ। ਨਾਨਕ ਦੇ ਮੁਖੇ ਉਜਲੇ ਕੀਤੀ ਸੁਟੀਆਂ। ਜਿਨੀ ਨਾਮ ਤੇ ਆਇਆ ਤੇ ਮਸ਼ਕਤ ਕਾ। ਨਾਨਕ ਦੇ ਮੁਖੇ ਉਜਲੇ ਕੀਤੀ ਸੁਟੀਆਂ। ਉਹਨਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ। कोई गत वित तुम ही ज्ञानी। नानक दास सदा कुर्बानी। तुम्हारे अरदास हमारी जियो पिंड सब तेरा है गुरु। कहो नानक सब तेरी वड्याई। कोई नाम न जाने मेरा वाहिगुरु।
बोलना जी सतनाम श्री वाहिगुरु, सतनाम श्री वाहिगुरु, सतनाम श्री वाहिगुरु जी। अरदास एक ओंकार श्री वाहिगुरु जी की फतेह। श्री भगवती जी सहाय। वार श्री भगवती जी की पातशाह दसवीं प्रथम भगवती सिमर कै गुरु नानक लई ध्याए। रंगत गुरदे अमरदास रामदास होई सहाय। अर्जुन हर गोबिंद नो सिमरो सिंह हर राय। श्री हरि कृष्ण जी ध्याईऐ जिस डिठे सब दुख जाए। तेग बहादुर सिमरै घर नौ निधि आवे धाए। सब थाई होए सहाय दसवें पातशाह श्री गुरु गोबिंद सिंह जी महाराज। सब थाई होए सहाय दसां पातशाह श्री गुरु ग्रंथ साहिब जी के पावन पवित्र पाठ दर्शन दीदार जी का ध्यान करके खालसा जी साहब बोलो जी वाहिगुरू। पंजा प्यारियां चौहां साहिबजादियां 40 मुक्तियां हठियां जपियां तकियां जिन्हां नाम जपिया। वंड छकिया देख चलाई ते गवाही देख के अनजट पिता धर्म नहीं हारिया। तिन्हां प्यारियां सचियारियां दी कमाई दा ध्यान करके खालसा जी साहब बोलो जी वाहिगुरू। जिन्हां ਸਿੰਘਾਂ ਸਿੰਘਣੀਆਂ ने धर्म हेठ सीस दिते बंद बंद कटवाए। उठियां खल्लां लुहाइयां खोपड़ियां उतरवाइयां। जिंदे अग विच साड़े गए धर्म हेठ साके कीते। धर्म नहीं हारिया सिੱਖੀ केसां श्वासां नाल निभाही। इन्हां प्यारियां सचियारियां दी कमाई दा ध्यान करके खालसा जी साहब बोलो जी वाहिगुरू। पंजा तख्तां सरबत गुरुद्वारियां दा ध्यान करके खालसा जी साहब बोलो जी वाहिगुरू। प्रथमे सरबत खालसा जी की अरदास है जी। सरबत खालसा जी को वाहिगुरू 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 नाम चित आवे। चित आवन का सदका सर्व सुख होवै। जहाँ जहाँ खालसा जी साहिब तहाँ तहाँ रचिया रियायत देख देख फतेह पैज पंथ की जीत। श्री साहिब जी सहाय खालसे जी के बोल वाले बोलो जी वाहिगुरू। सिखां नूं सिੱਖੀ दान केस दान रहत दान विवेक दान विसाह दान भरोसा दान दाना सिरदान नाम दान। श्री अमृतसर साहिब जी के दर्शन स्नान। चौंकियां झंडे पुंगे जुगो जुग अटल धर्म का जयकार। खालसा जी साहब बोलो जी वाहिगुरू। सिखां दा मन नीवा मत उच्ची मत पत दे राखिया वाहिगुरू। हे अकाल पुरख अंतरजामी अपने पंथ दे सदा सहाई दातार जीओ। श्री ननकाना साहिब ते होर गुरुद्वारियां गुरधामां ते जिन्हां तो पंथ नूं विछोड़िया गया है। इन्हां दे खुले दर्शन दीदार ते सेवा संभाल दा दान खालसा जी नूं बख्शो। काम क्रोध लोभ मोह अहंकार तो बचा के रखो। हे निमानिया दे मान सतगुरु नितानिया दे तान सतगुरु नाय उठिया दे सतगुरु। धन धन सतगुरु श्री गुरु ग्रंथ साहिब जी महाराज। आप जी के पावन पवित्र चरणा कोणा विखे अरदास बेनती है। आप जी दर घर दे प्रीतवान स्वर्गवासी सरदार सुखमोहन सिंह जी तिन्हां दे धर्म पत्नी सत्कारयोग बीबी मनजीत कौर जी। आप जी की बख्शी की स्वासा की पूंजी नूं भोगदे पिछले दिनी अकाल जाने करके सतगुरु जी सो तिन्हां दे निमित्त तिन्हां दी आत्मिक शांति अते अंतिम अरदास नूं रखते हुए तिन्हां दे सुपुत्रां दे समूह परिवारां वल्लों एकत्रित होकर के सतगुरु पिछले कुछ रोगा जोड़ा तो सतगुरु जी आप जी दे पावन स्वरूप अपने ग्रह विखे ले जा करके तुरकी बाणी आई। तिन सगली चिंत मिटाई दे श्री साहिब पाठ प्रारंभ करवाए सतगुरु जी। सो आप जी की महान कृपालता द्वारा गुरबाणी के भोग उपरांत सतगुरु जी आप जी के हजूर अंदर काल युग मह कीर्तन प्रधाना गुरमुख जपिया लाए ध्यान सतगुरु जी गुरबाणी के कीर्तन गान कहते गए सतगुरु जीओ। पाठी सिंगा पासों गुरबाणी के जाप करदे रागी सिंगा पासों कीर्तन गान करदे होइयां एक नहीं अनेकों प्रकार की गलतियां भुला चुका की क्षमा बख्शिश करनी सतगुरु जी। जपी हुई बाणी सोच के सचखंड विखे प्रवान करने अगाह वास्ते गुरबाणी के जाप अते कीर्तन सोच के करन दी बाल बुद्धि समर्था बख्शिश करनी सतगुरु जी। जपी हुई बाणी का महात्म विछड़ी रूह बख्शिश करके अपने चरणों में निवास बख्शिश करना। पिछे परिवार नूं भाणा बनन दी बल बुद्धि समर्था बख्शिश करनी। परिवार नूं चढ़दी कला दात बख्शिश करनी सतगुरु जीओ। बीबी मनजीत कौर बंदे सतगुरु जीओ समूह परिवार वालों सतगुरु जीओ। बस्तर बिस्तर बर्तन जोड़े इत्यादि समग्रियां भेटावां कीजिए सतगुरु सच्चे पातशाह जीओ।
ਐਸ ਵਕਤ ਦਾ ਕੀਤਾ ਹੈ ਦਾਨ ਨੂੰ ਲੇਖੇ ਵਿੱਚ ਲਾਉਣਾ। ਸਾਰੀਆਂ ਵਸਤਾਂ ਦੀ ਕੀਤੀ ਹੋਈ ਭੇਟਾਂ ਦਾ ਮਹਾਤਮ ਵਿੱਚ ਸਰੀਰ ਨੂੰ ਬਖਸ਼ਿਸ਼ ਕਰਕੇ ਸਤਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ। ਆਵਾਗਾਉਣ ਤੋਂ ਬਚਾ ਕੇ ਰੱਖਣਾ ਸਤਿਗੁਰੂ ਜੀਓ। ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ। ਪਰਿਵਾਰ ਨੂੰ ਚੜ੍ਹਦੀ ਕਲਾ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਆਪ ਜੀ ਕੇ ਹਜ਼ੂਰ ਗੁਰਮੁਖ ਪਰਿਵਾਰ ਵੱਲੋਂ ਪਾਵਨ ਪਵਿੱਤਰ ਪ੍ਰਾਪਸ਼ਾ ਦੇ ਸਿਆ ਕਰਕੇ ਭੇਟਾ ਕੀਤੀ ਗਈ ਹੈ। ਧੰਨ ਪ੍ਰਵਾਨ ਹੋਵੇ। ਪਰਿਵਾਰ ਦਾ ਪ੍ਰਸ਼ਾਸਨ ਦੇ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਜੀ ਸਕੇ। ਆਪ ਜੀ ਦਾ ਨਾਮ ਵਾਹਿਗੁਰੂ ਵਾਹਿਗੁਰੂ ਸਵਾਸ ਜਪੇ ਸਤਿਗੁਰੂ ਜੀ। ਆਪ ਜੀ ਕੇ ਹਜ਼ੂਰ ਗੁਰੂ ਕੇ ਲੰਗਰ ਸਿਆ ਕਰਕੇ ਭੇਟਾ ਕੀਤੇ ਗਏ। ਧੰਨ ਪਰਿਵਾਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਲੱਗਿਆ ਭੋਗ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਜੀ ਸਕੇ। ਆਪ ਜੀ ਦਾ ਨਾਮ ਸਵਾਸ ਜਪੇ ਸਤਿਗੁਰੂ ਜੀ। ਇਸ ਵਕਤ ਜੋ ਮਾਈ ਭਾਈ ਗਰਦ ਬੱਚਾ ਤਿਲ ਫੁੱਲ ਭੇਟਾਵਾਂ ਲੈ ਕੇ ਆਪ ਜੀ ਦੇ ਹਾਜ਼ਰ ਹੋਏ ਹਨ, ਤਿਨਾਂ ਦੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ। ਸਰਬੱਤ ਦੇ ਕਾਰਜ ਰਾਸ ਕਰਨੇ। ਸ਼ੁਭ ਇੱਛਾਵਾਂ ਸ਼ੁਭ ਭਾਵਨਾ ਸੰਪੂਰਨ ਕਰਨੀਆਂ। ਚੜ੍ਹਦੀ ਕਲਾ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਆਪ ਕਿਰਪਾ ਰਹਿਮਤਾਂ ਮੇਰਾ ਦੇ ਸਾਗਰ ਉਦਾਤੇ ਹੋ ਸਤਿਗੁਰੂ ਜੀ ਕਿਰਪਾ ਕਰੋ। ਐਸ ਵਕਤ ਦਾ ਕੀਤਾ ਹੈ ਦਾਨ ਨੂੰ ਲੇਖੇ ਵਿੱਚ ਲਾਉਣਾ। ਸਤਿਗੁਰੂ ਜੀ ਕਿਰਪਾ ਕਰਨੀ ਸਤਿਗੁਰੂ ਜੀ। ਪਰਿਵਾਰਾਂ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰਨੀ। ਪਰਿਵਾਰਾਂ ਨੂੰ ਪ੍ਰੇਮ ਪਾਕ ਸਲੋਕ ਬਖਸ਼ਿਸ਼ ਕਰਨਾ। ਚੜ੍ਹਦੀ ਕਲਾ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀਓ। ਕਿਰਪਾ ਕਰੋ। ਕਿਸੇ ਪ੍ਰਕਾਰ त्रुटि ਰਹਿ ਗਈ ਹੋਵੇ ਤਾਂ ਆਪ ਸੋਧ ਕਰ ਲੈਣੀ ਸਤਿਗੁਰੂ ਜੀ। ਆਦੀਆਂ ਉਪਾਦੀਆਂ ਵੈਧੀਆਂ ਤੋਂ ਬਚਾ ਕੇ ਰੱਖਣਾ ਸਤਿਗੁਰੂ ਜੀ ਕਿਰਪਾ ਕਰੋ। ਪਾਵਨ ਪਵਿੱਤਰ ਹੁਕਮਨਾਮੇ ਦਾਤ ਬਖਸ਼ਿਸ਼ ਕਰਕੇ ਨਜ਼ਰ ਨਜ਼ਰ ਨਿਹਾਲ ਕਰੋ। ਸਹੀ ਪਿਆਰੇ ਮੇਲੋ ਜਿਨ੍ਹਾਂ ਵੇਲੇ ਆਪ ਜੀ ਦਾ ਪਾਵਨ ਪਵਿੱਤਰ ਨਾਮ ਚਿੱਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੈ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਜੋ ਪ੍ਰਭ ਕੋ ਮਿਲ ਪਹੁੰਚਾ ਹੈ ਖੋਜ ਸ਼ਬਦ ਮੈਲੇ। ਰਾਜ ਕਰੇਗਾ ਖਾਲਸਾ ਆਪੀ ਰਹਿ ਨਾ ਕੋਏ। ਪਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਕੰਡਾ ਜਾ ਕੇ ਹਾਥ ਮੈਂ ਕਲਗੀ ਸੋ ਹੈ ਸੀਸ। ਸੋ ਹਮਰੀ ਰਖਿਆ ਕਰੇ ਗੁਰ ਕਲਗੀ ਧਾਰ ਜਗਦੀਸ਼। ਸੋ ਹਮਰੀ ਰਖਿਆ ਕਰੇ ਗੁਰ ਕਲਗੀ ਧਾਰ ਜਗਦੀਸ਼। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਣਾ ਰਾਵਣ ਪੁਰ ਹੈ ਰੰਗ ਨਾ ਤੁੰਗ ਫਕੀਰ। ਵਾਰੀ ਆਪੋ ਆਪਣੀ ਹੋਏ ਨਾ ਬੰਧੈ ਧੀਰ। ਸਾਡੇ ਤ੍ਰੈ ਮਨ ਦੇ ਹੁਰੀ ਚੱਲੈ ਪਾਣੀ ਅੰਨ। ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ। ਮਲ ਕਲ ਮੌਤ ਜਾਇਆ ਵਸੀ ਸਭ ਦਰਵਾਜੇ ਭੰਨ। ਕਿੰਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਬੰਦਾ ਚੱਲਿਆ ਚੌਹ ਜਣਿਆ ਤੈ ਕੰਨ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਨਾ ਦਰਗਹਿ ਆਇਓ ਕੰਮ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ
ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਅਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ। ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ। ਅਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ। ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਜਾ ਕੀ ਸਰਣ ਪਿਆ ਸੁਖ ਪਾਈਐ ਬਾਹੁੜ ਦੁਖ ਨਾ ਹੋਈ। ਰਹਾਉ ਵਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ। ਵਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਇੱਕ ਬਹੁਤ ਹੀ ਸੋਗਮਈ ਮਾਹੌਲ ਦੇ ਵਿੱਚ ਆਪਾਂ ਸਾਰੇ ਸਾਡੀ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਮਾਤਾ ਮਨਜੀਤ ਕੌਰ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਅੱਜ ਪਹੁੰਚੇ ਹਾਂ। ਮਾਤਾ ਜੀ ਬਹੁਤ ਹੀ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਥੋੜ੍ਹੀ ਜਿਹੀ ਬਿਮਾਰੀ ਦੇ ਕਾਰਨ ਹੀ ਅਚਾਨਕ ਸਦੀਵੀ ਵਿਛੋੜਾ ਸਾਨੂੰ ਦੇ ਗਏ ਸਨ। ਕਿਉਂਕਿ ਸਿਹਤ ਦੇ ਪੱਖੋਂ ਇਹੋ ਜਿਹੀ ਉਹਨਾਂ ਦੀ ਸਰੀਰਕ ਜਿਹੜੀ ਹਾਲਤ ਸੀ ਇਹ ਨਹੀਂ ਸੀ ਲੱਗਦਾ ਕਿ ਇੰਨਾ ਜਲਦੀ ਸਾਨੂੰ ਵਿਛੋੜਾ ਦੇ ਜਾਣਗੇ। ਪਰਿਵਾਰ ਆਪਣੇ ਨਿੱਤ ਦੇ ਕੰਮਾਂ ਵਿੱਚ ਆਮ ਜਿੱਦਾਂ ਆਪਣੇ ਪਰਿਵਾਰਾਂ ਨੂੰ ਦੇਖਦੇ ਹਾਂ ਉਵੇਂ ਹੀ ਆਪਾਂ ਆਪਣੇ ਕੰਮਕਾਰ ਸਾਰੇ ਕਰ ਰਹੇ ਸੀਗੇ। ਪਰ ਇਹ ਜਿਹੜਾ ਇੱਕਦਮ ਜਿਹੜਾ ਵਿਛੋੜਾ ਪਰਿਵਾਰ ਤੇ ਜਿਹੜਾ ਆਇਆ ਆ ਉਹ ਬਹੁਤ ਹੀ ਅਸਹਿ ਆ ਤੇ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਆ ਪਰਿਵਾਰ ਦੇ ਲਈ ਔਰ ਸਾਡੇ ਸਮਾਜ ਦੇ ਲਈ ਵੀ। ਸਮਾਜ ਲਈ ਇਸ ਪੱਖੋਂ ਆਪਾਂ ਕਹਿ ਸਕਦੇ ਹਾਂ ਕਿ ਮਾਤਾ ਜੀ ਦਾ ਜਿਹੜਾ ਸੁਭਾਅ ਸੀਗਾ ਜਿਵੇਂ ਉਹਨਾਂ ਦਾ ਆਪਣੇ ਪਰਿਵਾਰ ਪ੍ਰਤੀ ਸੀਗਾ ਉਵੇਂ ਆਂਢ ਗੁਆਂਢ ਜਾਂ ਰਿਸ਼ਤੇਦਾਰਾਂ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਹੀ ਮਿਲਵਰਤਨ ਵਾਲਾ ਜਿਹੜਾ ਸੁਭਾਅ ਸੀਗਾ। ਉਹ ਮਿਲਵਰਤਨ ਦੇ ਸੁਭਾਅ ਪੱਖੋਂ ਉਹਨਾਂ ਦੀ ਜਿੱਥੇ ਉਹਨਾਂ ਦੇ ਆਪਸੇ ਆਂਢ ਗੁਆਂਢ ਦੇ ਵਿੱਚ ਪਿੰਡ ਦੇ ਵਿੱਚ ਜਿਹੜੀ ਬੋਲਬਾਣੀ ਜਾਂ ਉਹਨਾਂ ਦਾ ਜਿਹੜਾ ਨਿੱਘ ਪਿਆਰ ਸੀਗਾ ਉਹ ਸਾਰਿਆਂ ਨਾਲ ਜਿਵੇਂ ਆਪਣੇ ਬੱਚਿਆਂ ਨਾਲ ਸੀਗਾ ਉਵੇਂ ਹੀ ਆਂਢ ਗੁਆਂਢ ਸਾਰਿਆਂ ਨਾਲ ਸੀਗਾ। ਸੋ ਇਹ ਪਰਿਵਾਰ ਵਾਸਤੇ ਬਹੁਤ ਵੱਡਾ ਘਾਟਾ ਆ। ਜੇ ਆਪਾਂ ਇਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਜਸਪਾਲ ਸਿੰਘ ਜੱਸਾ ਤੇ ਅਵਤਾਰ ਸਿੰਘ ਜਿੱਥੇ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬੜੀ ਬਖੂਬੀ ਨਿਭਾ ਰਹੇ ਆ ਉਹਦੇ ਨਾਲ ਨਾਲ ਜਿਹੜਾ ਉਹਨਾਂ ਦਾ ਸਮਾਜ ਦੇ ਵਿੱਚ ਜਾਂ ਪਿੰਡ ਵਿੱਚ ਜਿਹੜਾ ਰੋਲ ਆ
ਉਹਦੇ ਵਿੱਚ ਵੀ ਉਹਨਾਂ ਨੇ ਸਦਾ ਹੀ ਅਗਾਂਹ ਵਧੂ ਜਿਹੜਾ ਰੋਲ ਅਦਾ ਕੀਤਾ ਆ। ਜਿੱਥੇ ਵੀ ਪਿੰਡ ਨੂੰ ਜਾਂ ਸਮਾਜ ਨੂੰ ਲੋੜ ਪਈ ਆ, ਹਰੇਕ ਜਗ੍ਹਾ ਉਹਨਾਂ ਨੇ ਆਪਣਾ ਬਣਦਾ ਜਿਹੜਾ ਯੋਗਦਾਨ ਅਦਾ ਕੀਤਾ ਆ। ਸੋ ਇਹ ਸਾਡਾ ਨਗਰ ਦਾ ਇੱਕ ਬਹੁਤ ਹੀ, ਸਾਡੇ ਸਮਾਜ ਦਾ ਬਹੁਤ ਅਹਿਮ ਜਿਹੜਾ ਪਰਿਵਾਰ ਆ। ਤੇ ਇਹ ਜਿਹੜਾ ਪਰਿਵਾਰ ਨੂੰ ਘਾਟਾ ਪਿਆ ਆ, ਜਿੱਥੇ ਇਹਨਾਂ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਆ, ਸਾਡੇ ਸਮਾਜ ਲਈ ਔਰ ਸਾਡੇ ਪਿੰਡ ਲਈ ਬਹੁਤ ਵੱਡਾ ਘਾਟਾ ਹੈ। ਜਸਪਾਲ ਸਿੰਘ ਦੀ ਗੱਲ ਕਰਾਂ, ਖੇਡਾਂ ਦੇ ਖੇਤਰ ਵਿੱਚ, ਕਬੱਡੀ ਦੇ ਵਿੱਚ ਉਹਨਾਂ ਨੇ ਜਿੱਥੇ ਆਪਣਾ ਨਾਮ ਨਾ ਖੱਟਿਆ ਆ, ਬਹੁਤ ਸਾਰੇ ਜਿਹੜੇ ਸਾਡੇ ਨਵੇਂ ਪਲੇਅਰ ਸੀਗੇ, ਨਵੇਂ ਖਿਡਾਰੀ ਸੀਗੇ, ਉਹਨਾਂ ਨੂੰ ਵੀ ਪ੍ਰੇਰਨਾ ਦਾ ਸਰੋਤ ਜਿਹੜਾ ਜਸਪਾਲ ਸਿੰਘ ਬਣਿਆ ਆ। ਤੇ ਬਹੁਤ ਜਿਹੜੀਆਂ ਵੱਡੀਆਂ ਪ੍ਰਾਪਤੀਆਂ ਨੇ ਆਪ ਕੀਤੀਆਂ ਤੇ ਨਵੇਂ ਨੌਜਵਾਨਾਂ ਨੂੰ ਜਿਹੜੀ ਉਹ ਪ੍ਰੇਰਨਾ ਦਿੱਤੀ ਆ। ਸੋ ਅੱਜ ਦਾ ਇਹ ਜਿਹੜਾ ਆਪਣਾ ਸਮਾਗਮ ਹੈ, ਜਿੱਥੇ ਅਸੀਂ ਮਾਤਾ ਜੀ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ ਪਰਿਵਾਰ ਵੱਲੋਂ ਔਰ ਆਪਣੇ ਨਗਰ ਵੱਲੋਂ। ਅੱਜ ਸਾਰੇ ਜਿਹੜੇ ਵੀ ਹਾਜ਼ਰ ਇੱਥੇ ਰੂਹਾਂ ਜਿਹੜੀਆਂ ਹਾਜ਼ਰ ਹੋਈਆਂ ਆ ਮਾਤਾ ਜੀ ਨੂੰ ਸ਼ਰਧਾਂਜਲੀ ਦੇਣ ਦੇ ਲਈ, ਉਹਨਾਂ ਦੇ ਸਮੂਹ ਰਿਸ਼ਤੇਦਾਰ ਵੱਖ-ਵੱਖ ਨਗਰਾਂ ਤੋਂ ਜਿਹੜੇ ਚੱਲ ਕੇ ਆਏ ਆ, ਉਹਨਾਂ ਦਾ ਅਸੀਂ ਇੱਥੇ ਆਉਣ ਤੇ ਨਗਰ ਵੱਲੋਂ ਔਰ ਪੂਰੇ ਸਾਡੇ ਸਮਾਜ ਵੱਲੋਂ ਔਰ ਪਰਿਵਾਰ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਪਰਿਵਾਰ ਵੱਲੋਂ ਬੇਨਤੀ ਹੈ ਕਿ ਸਾਰਿਆਂ ਦੇ ਲਈ ਲੰਗਰ ਪ੍ਰਸ਼ਾਦੇ ਜਿਹੜੇ ਉਹ ਤਿਆਰ ਕੀਤੇ ਗਏ ਨੇ, ਸਾਰਿਆਂ ਸੰਗਤਾਂ ਨੇ ਪ੍ਰਸ਼ਾਦੇ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।